ਮੇਰੇ ਗੁਰੂ ਮਹਾਰਾਜ ਨੇ ਇੰਨੀ ਮਿਹਰ ਕੀਤੀ, ਮੈਨੂੰ ਕਿਸੇ ਡਾਕਟਰ ਦੇ ਜਾਣ ਦੀ ਲੋੜ ਨਹੀਂ ਪਈ, ਜਦ ਕਿ ਡਾਕਟਰ ਕਹਿੰਦੇ ਸੀ ਮਹੀਨੇ ਦੇ ਵਿੱਚ ਵਿੱਚ ਤੁਸੀਂ ਆਪਰੇਸ਼ਨ ਨਾ ਕਰਵਾਇਆ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਕੋਟि कोटि प्रणाम मेरे गुरु जी, ਲੱਖ ਲੱਖ ਵਾਰ ਸ਼ੁਕਰਾਨਾ ਮੇਰੇ ਗੁਰੂ ਜੀ। ਗੁਰੂ ਚਰਨਾਂ ਦੇ ਵਿੱਚ ਮੈਂ ਬੇਨਤੀ ਲੈ ਕੇ ਆਈ ਹਾਂ ਆਪਣੀ। ਸਾਰੀ ਸੰਗਤ ਨੂੰ ਮੇਰਾ ਜੈ ਗੁਰੂ ਜੀ, ਰੂਹਾਨੀ ਆਂਟੀ ਨੂੰ ਮੇਰਾ ਜੈ ਗੁਰੂ ਜੀ। ਪਹਿਲਾਂ ਮੈਂ ਆਪਣਾ ਮੰਤਰ ਜਾਪ ਕਰਦੀ ਹਾਂ। ਓਮ ਨਮः शिवाय, शिव जी सदा सहाय। ओम नमः शिवाय, मेरे गुरु जी सदा सहाय। जय गुरु जी। संगत जी, ਵੀਰਵਾਰ ਦੇ ਸਤਸੰਗ ਦੇ ਵਿੱਚ ਜੋ ਮੈਂ ਭੇਜਿਆ ਸੀ, ਗੁਰੂ ਮਹਾਰਾਜ ਨੇ ਇਹੀ ਹੁਕਮ ਕੀਤਾ ਕਿ ਤੁਹਾਡੇ ਘਰ ਦੇ ਚਾਰੋਂ ओर ਕੁਝ ਚੱਲ ਰਿਹਾ ਹੈ। ਮੇਰੇ ਗੁਰੂ ਮਹਾਰਾਜ ਜੀ, ਤੁਸੀਂ ਜਾਨੀ ਜਾਨ ਹੈ, ਸਾਨੂੰ ਤਾਂ ਕੁਝ ਵੀ ਸਮਝ ਨਹੀਂ ਆਉਂਦਾ। ਜੋ ਕੁਝ ਵੀ ਹੈ ਤੁਸੀਂ ਬੈਠੇ ਹੋ, ਤੁਸੀਂ ਆਪੇ ਸਭ ਕੁਝ ਖਤਮ ਕਰ ਦੇਣਾ ਹੈ। ਅਸੀਂ ਤਾਂ ਇੰਨੇ ਜੋਗੇ ਨਹੀਂ, ਸਾਨੂੰ ਤਾਂ ਕੁਝ ਸਮਝ ਹੀ ਨਹੀਂ ਆਉਂਦਾ ਕੀ ਲੋਕੀ ਚਲਾ ਰਹੇ ਆ ਤੇ ਕੀ ਹੋ ਰਿਹਾ ਵਾ। ਮੇਰੇ ਗੁਰੂ ਮਹਾਰਾਜ ਜੀ, ਭੁੱਲ ਚੁੱਕ ਗਲਤੀ ਮਾਫ, ਸਾਡੇ ਤੋਂ ਕੋਈ ਭੁੱਲ ਚੁੱਕ ਗਲਤੀ ਹੋ ਗਈ ਹੋਵੇ क्षमा ਕਰਨਾ ਮੇਰੇ ਗੁਰੂ ਮਹਾਰਾਜ ਜੀ। ਦੂਸਰਾ ਸਤਸੰਗ ਸੰਗਤ ਜੀ, ਮੈਂ ਆਪਣੇ ਅੰਕਲ ਜੀ ਦਾ ਪਾਇਆ ਸੀਗਾ ਕਿ ਸਾਨੂੰ ਮਤਲਬ ਕਿ ਕੋਰਟ ਤੋਂ ਨੋਟਿਸ ਆਇਆ ਸੀਗਾ। ਅੱਜ ਤੋਂ 10-12 ਸਾਲ ਪੁਰਾਣਾ ਸਾਡਾ ਕੇਸ ਸੀ, ਚੰਡੀਗੜ੍ਹ ਸੁਪਰੀਮ ਕੋਰਟ ਤੋਂ ਆਇਆ ਸੀਗਾ ਸਾਡੇ ਮੋਗੇ ਵਾਲੇ ਜੱਜ ਕੋਲੇ। ਤੇ ਉਹ ਨੋਟਿਸ ਸੁਣ ਕੇ ਮੇਰੇ ਅੰਕਲ ਜੀ ਚਲੇ ਗਏ ਸੀ। ਮੈਂ ਤੁਹਾਨੂੰ ਉਸ ਦਿਨ ਦੱਸਿਆ ਸੀਗਾ ਗੁਰੂ ਚਰਨਾਂ ਦੇ ਵਿੱਚ ਕਿ ਵੀ ਅੱਜ ਸਾਡੀ ਤਰੀਕ ਹੈ, ਅੰਕਲ ਜੀ ਗਏ ਹੋਏ ਆ। ਅੰਕਲ ਜੀ ਨੇ ਜੱਜ ਸਾਹਿਬ ਕੋਲੇ ਆਪ ਹੀ ਪੇਸ਼ ਹੋ ਗਏ ਸੀਗੇ, ਅਸੀਂ ਕੋਈ ਵਕੀਲ ਨਹੀਂ ਕੀਤਾ। ਤਾਂ ਰਿਕੁਐਸਟ ਕਰ ਦਿੱਤੀ ਸੀ ਵੀ ਜੋ ਤੁਸੀਂ ਹੁਕਮ ਕਰੋਗੇ ਸਾਨੂੰ ਮਨਜ਼ੂਰ ਹੈ। ਸਾਡੇ ਗੁਰੂ ਮਹਾਰਾਜ ਜੀ ਨਾਲ ਗਏ ਹੋਏ ਸੀਗੇ। ਮੇਰੇ ਗੁਰੂ ਮਹਾਰਾਜ ਨੇ ਜੋ ਵੀ ਸਾਨੂੰ ਫੈਸਲਾ ਦਿੱਤਾ, ਸਾਨੂੰ ਸਭ ਕੁਝ ਮਨਜ਼ੂਰ ਹੈ। ਆਪਣੇ ਮਾਲਕ ਦੇ ਚਰਨਾਂ ਦੇ ਵਿੱਚ ਅਸੀਂ ਉਹਨਾਂ ਦੇ ਹੁਕਮ ਨੂੰ ਸਤ ਵਚਨ ਕਰਕੇ ਚਰਨਾਂ ਦੇ ਵਿੱਚ ਬੈਠੇ ਹੋਏ ਸੀਗੇ। ਤਾਂ ਮੇਰੇ ਗੁਰੂ ਮਹਾਰਾਜ ਜੀ ਨੇ ਜੋ ਹੁਕਮ ਸਾਨੂੰ ਉੱਥੋਂ ਮਿਲਿਆ, ਸਾਨੂੰ ਮਨਜ਼ੂਰ ਹੈ। ਸੰਗਤ ਜੀ, ਅਸੀਂ ਬੜੇ ਖੁਸ਼ ਹੋਏ, ਸਾਡੇ ਮਾਲਕ ਨੇ ਸਾਡਾ ਬਿਲਕੁਲ ਹੀ ਵਧੀਆ ਹੀ ਇਨਸਾਫ ਕੀਤਾ ਵਾ। ਤਾਂ ਸੰਗਤ ਜੀ, ਜੱਜ ਕੋਲੇ ਪੇਸ਼ ਹੋ ਕੇ ਉਹਨਾਂ ਨੇ ਰਿਕੁਐਸਟ ਕੀਤੀ ਕਿ ਬਈ ਅਸੀਂ ਪਹਿਲਾ ਕੇਸ ਜਿੱਤੇ ਹੋਏ ਆ, ਸਾਡਾ ਜਿੱਤਿਆ ਹੋਇਆ ਕੇਸ ਮਤਲਬ ਚੰਡੀਗੜ੍ਹ ਲਗਾਤਾ, ਕੰਪਲੇਂਟ ਲਗਾਤੀ। ਉਹ ਕੰਪਲੇਂਟ ਦਾ ਮਤਲਬ ਕਿ ਹੁਣ ਮੋਗੇ ਆਇਆ ਸੀ ਜੱਜ ਕੋਲੇ ਵੀ ਤੁਸੀਂ ਆਪ ਹੀ ਇਹਨਾਂ ਦਾ ਇਨਸਾਫ ਕਰ ਦਿਓ, ਜੋ ਵੀ ਦੋਨਾਂ ਧਿਰਾਂ ਦਾ ਹੁੰਦਾ ਵਾ। ਤਾਂ ਬਸ ਜਦੋਂ ਮੇਰੇ ਅੰਕਲ ਜੀ ਉੱਥੇ ਪੇਸ਼ ਹੋ ਗਏ, ਹੱਥ ਜੋੜ ਕੇ ਕਿਹਾ ਕਿ ਵੀ ਜੱਜ ਸਾਹਿਬ ਜੋ ਕਰੋਗੇ ਸਾਨੂੰ ਮਨਜ਼ੂਰ ਹੈ। ਮੈਂ ਇੱਕ ਪੇਸ਼ੈਂਟ ਹੈ, ਮੇਰੇ ਮਤਲਬ ਕਿ 2 ਆਪਰੇਸ਼ਨ ਹੋਏ ਹੋਏ ਆ, ਤਾਂ ਜਿਹਦੇ ਕਾਰਨ ਮੈਂ ਹੁਣ ਕੇਸ ਨਹੀਂ ਲੜਨਾ ਚਾਹੁੰਦਾ। ਮੇਰੇ 'ਚ ਇੰਨੀ ਸਮਰੱਥਾ ਨਹੀਂ ਹੈਗੀ ਕਿ ਮੈਂ ਕੋਰਟ ਕਚਹਿਰੀਆਂ ਜਾ ਕੇ ਕੇਸ ਲੜਾਂ। ਸੰਗਤ ਜੀ, ਜੱਜ ਨੇ ਅੰਕਲ ਜੀ ਦੀ ਬੇਨਤੀ ਸੁਣ ਕੇ ਉਸ ਵੇਲੇ ਕਿਹਾ ਕਿ ਤੁਸੀਂ ਤਾਂ ਕੇਸ ਜਿੱਤੇ ਹੋਏ ਹੋ, ਜਿੱਤੇ ਹੋਏ ਬੰਦੇ ਤਾਂ ਡਰਦੇ ਨਹੀਂ ਹੁੰਦੇਗੇ, ਤੇ ਤੁਸੀਂ ਆਪ ਹੀ ਰਿਕੁਐਸਟ ਕਰ ਦਿੱਤੀ ਵੀ ਜੋ ਬਣਦਾ ਅਸੀਂ ਦੇਣ ਨੂੰ ਤਿਆਰ ਹਾਂ, ਅਸੀਂ ਕੇਸ ਨਹੀਂ ਲੜਨਾ ਦੁਬਾਰਾ। ਤੇ ਸੰਗਤ ਜੀ, ਜੱਜ ਕਹਿੰਦਾ ਵੀ ਫਿਰ ਤੁਸੀਂ ਏਦਾਂ ਕਰੋ, 40,000 ਰੁਪਇਆ ਦੇ ਦੋਗੇ। ਤਾਂ ਅੰਕਲ ਜੀ ਨੇ ਕਿਹਾ ਵੀ ਹਾਂਜੀ, ਜੋ ਤੁਸੀਂ ਸਾਨੂੰ ਹੁਕਮ ਕਰੋਗੇ ਅਸੀਂ ਤਿਆਰ ਆ ਦੇਣ ਲਈ। ਤਾਂ ਸੰਗਤ ਜੀ, ਅੰਕਲ ਜੀ ਨੇ ਉੱਥੇ ਹੀ ਮਤਲਬ ਜੈਸ ਕਰ ਦਿੱਤੀ ਕਿ ਅਸੀਂ 40,000 ਰੁਪਇਆ ਦੇਵਾਂਗੇ। ਤੇ ਜੱਜ ਨੇ ਮੇਰੇ ਅੰਕਲ ਜੀ ਕੋਲੋਂ ਸਾਈਨ ਕਰਵਾ ਕੇ 20,000 ਰੁਪਇਆ ਦੂਸਰੇ ਦਿਨ ਹੀ ਲੈ ਲਿਆ। ਤੇ 20,000 ਰੁਪਇਆ ਉਹ ਕਹਿੰਦੇ ਹੁਣ ਆਉਣ ਵਾਲੀ 28 ਤਰੀਕ ਨੂੰ ਨਵੰਬਰ ਦੀ ਨੂੰ ਤੁਸੀਂ ਹੋਰ ਜਮ੍ਹਾਂ ਕਰਵਾ ਦਿਓ। ਤੇ ਦੂਸਰੇ ਦਿਨ ਜਿਹੜਾ ਪੈਸੇ ਦੇਣ ਗਏ ਅੰਕਲ ਜੀ, ਤਾਂ ਉਸ ਦੂਸਰੇ ਮਤਲਬ ਕਿ ਪਾਰਟਨਰ ਨੂੰ ਵੀ ਸੱਦਿਆ ਹੋਇਆ ਸੀਗਾ। ਤਾਂ ਉਹ ਆ ਗਿਆ, ਆਪ ਆਪਣੀ ਮਿਸਿਜ ਨੂੰ ਲੈ ਆਇਆ, ਆਪਣੇ ਬੇਟੇ ਨੂੰ ਲੈ ਆਇਆ, ਤਾਂ ਆਪਣਾ ਵਕੀਲ ਲੈ ਆਇਆ। ਤੇ ਜੱਜ ਦੇ ਸਾਹਮਣੇ ਮਤਲਬ ਕਿ ਥੋੜੀ ਜਿਹੀ ਬਹਿਸ ਕਰਨ ਲੱਗੇ, ਸਾਨੂੰ 1.5 ਲੱਖ ਰੁਪਇਆ ਚਾਹੀਦਾ ਜੀ, ਸਾਡੇ ਬਹੁਤ ਪੈਸੇ ਲੱਗ ਗਏ, ਸਾਡੇ ਵਕੀਲ ਨੇ ਸਾਡੀਆਂ ਚੰਗੀ ਤਰ੍ਹਾਂ ਮਤਲਬ ਕਿ ਬਿਆਨ ਨਹੀਂ ਲਏ, ਸਾਡੇ ਤੇ ਗਲਤ ਹੋ ਗਿਆ। ਤਾਂ ਜੱਜ ਨੇ ਉਹਨਾਂ ਨੂੰ ਥੋੜਾ ਇੱਕ ਝਿੜਕਾ ਮਾਰੀ ਤੇ ਉਹਨਾਂ ਨੂੰ ਕਿਹਾ ਵੀ ਚਲੋ ਬਾਹਰ ਹੋ ਜਾਓ ਤੇ ਆਪਣੇ ਵਕੀਲ ਨੂੰ ਭੇਜੋ, ਜੋ ਤੁਹਾਨੂੰ ਚੰਗਾ ਲੱਗਦਾ, ਪੈਸੇ ਲੈਣੇ ਚਾਹੁੰਦੇ ਆ ਤਾਂ ਲੈ ਲਓ, ਨਹੀਂ ਤਾਂ ਫਿਰ ਤੁਹਾਡੀ ਬਹਿਸ ਕਰਾ ਕੇ ਮੈਂ ਕੇਸ ਸਮਾਪਤ ਕਰ ਦੂੰਗਾ। ਸੰਗਤ ਜੀ, ਤਾਂ 5 ਮਿੰਟ ਬਾਅਦ ਉਹ ਸੋਚ ਕੇ ਬਾਹਰੋਂ ਆ ਗਿਆ, ਕਹਿੰਦਾ ਜੀ ਮੈਨੂੰ ਮਨਜ਼ੂਰ ਹੈ ਫੈਸਲਾ ਤੁਹਾਡਾ। ਤੇ ਗੁਰੂ ਮਹਾਰਾਜ ਜੀ, ਜੋ ਸਾਡੇ ਨਾਲ ਤੁਸੀਂ ਫੈਸਲਾ ਸਾਡੇ ਹੱਕ ਦੇ ਵਿੱਚ ਕਰਵਾਇਆ, ਅੰਕਲ ਜੀ ਦੇ ਸਿਰ ਤੇ ਛਤਰ ਛਾਇਆ ਦਾ ਹੱਥ ਰੱਖਿਆ, ਮਿਹਰ ਦਾ ਹੱਥ ਰੱਖਿਆ, ਉਹਨਾਂ ਦੇ ਦਿਮਾਗ ਦੇ ਵਿੱਚ ਅੱਛੇ ਸ਼ਬਦ ਭੇਜੇ ਔਰ ਇਨਸਾਫ ਹੋ ਗਿਆ, ਔਰ ਆਪਣਾ ਹੱਥ ਵੀ ਉੱਤੇ ਰਹਿ ਗਿਆ।
ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੋ ਪੈਸੇ ਸਾਨੂੰ ਜੱਜ ਨੇ ਹੁਕਮ ਕੀਤਾ 40,000 ਰੁਪਇਆ ਅਸੀਂ ਦੇਣ ਨੂੰ ਤਿਆਰ ਸੀਗੇ, ਅਸੀਂ 20 ਦੇਤਾ, 20 28 ਤਰੀਕ ਨੂੰ ਦੇਣਾ ਹੈ। ਮੇਰੇ ਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਸਾਡੇ ਤੇ ਮਿਹਰ ਕੀਤੀ ਹੈ, ਸਾਰੀਆਂ ਸੰਗਤਾਂ ਤੇ ਕਰਿਓ, ਕਿਸੇ ਵੀ ਮਾੜੇ ਬੰਦੇ ਨੂੰ ਥੱਲੇ ਨਾ ਲੱਗਣ ਦਿਓ। ਅੱਜ ਕੱਲ ਪੈਸੇ ਦਾ ਜ਼ਮਾਨਾ ਵਾ, ਪੈਸੇ ਵਾਲੇ ਦੇ ਕੇ ਪੈਸਾ ਮਾੜਿਆਂ ਨੂੰ ਥੱਲੇ ਕਰਕੇ ਤੇ ਪੈਸੇ ਦੇ ਹੰਕਾਰ ਚ ਆ ਕੇ ਮਤਲਬ ਕਿ ਅੱਗੇ ਅੱਗੇ ਕੰਮ ਵਧਾਉਂਦੇ ਆ ਕੋਰਟ ਕਚਹਿਰੀਆਂ ਦੇ। ਇੱਕ ਭਲਾ ਮਾਨਸ ਬੰਦਾ ਨਹੀਂ ਲੜਨਾ ਚਾਹੁੰਦਾ, ਪੈਸੇ ਵੀ ਦੇਣ ਨੂੰ ਤਿਆਰ ਆ, ਅਸੀਂ ਜਿੱਤੇ ਵੀ ਹੋਏ ਆ, ਫਿਰ ਵੀ ਸਾਡੇ ਤੇ ਭਾਰ ਪਾਉਣਾ ਚਾਹੁੰਦਾ ਸੀ ਕਿ ਮੈਂ ਇਹਨਾਂ ਨੂੰ ਦਵਾ ਲੂੰਗਾ ਵਕੀਲ ਕਰਕੇ, ਤੇ ਵੀ ਮੈਂ ਫਿਰ ਲੜੂੰਗਾ, ਫਿਰ ਇਹਨਾਂ ਨੂੰ ਥੱਲੇ ਕਰ ਲੂੰਗਾ, ਫਿਰ ਇਹਨਾਂ ਨੂੰ ਸਸਪੈਂਸ ਚ ਪਾਉਂਗਾ, ਮਤਲਬ ਕਿ ਲੜਾਈ ਕਰਕੇ ਕੋਰਟ ਕਚਹਿਰੀਆਂ ਦੇ ਵਿੱਚ। ਤੇ ਮੇਰੇ ਗੁਰੂ ਮਹਾਰਾਜ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰ ਲਿਆ। ਨਾਲ ਗਏ ਮੇਰੇ ਗੁਰੂ ਮਹਾਰਾਜ ਜੀ, ਅੰਕਲ ਜੀ ਦੇ ਨਾਲ ਜਾ ਕੇ ਸਾਰਾ ਫੈਸਲਾ ਜੱਜ ਦੇ ਵਿੱਚ ਵਸ ਕੇ 1 ਮਿੰਟ 'ਚ ਖਤਮ ਕਰ ਦਿੱਤਾ। ਹੇ ਮੇਰੇ ਗੁਰੂ ਮਹਾਰਾਜ ਜੀ, ਜਿਸ ਤਰ੍ਹਾਂ ਸਾਡੇ ਤੇ ਮਿਹਰ ਕੀਤੀ ਹੈ, ਸਾਰੀਆਂ ਸੰਗਤਾਂ ਤੇ ਕਰਿਓ। ਕਿਸੇ ਵੀ ਭੜਕੇ ਹੋਏ ਬੰਦੇ ਨੂੰ ਆਪਣੇ ਚਰਨਾਂ ਨਾਲ ਲਾ ਕੇ ਹਰ ਇੱਕ ਦਾ ਦੁੱਖ ਦਲਿੱਦਰ ਸੁਣਦੇ ਹੋ, ਦੂਰ ਕਰਦੇ ਹੋ, ਮਨੋਕਾਮਨਾ ਪੂਰਨ ਕਰਦੇ ਆ। ਹੇ ਮੇਰੇ ਮਾਲਕਾ, ਜਨਮ ਜਨਮ 'ਚ ਸਾਡਾ ਹੱਥ ਨਾ ਛੱਡਿਓ, ਸਾਡੇ ਪਰਿਵਾਰ ਤੇ ਇਸ ਤਰ੍ਹਾਂ ਹੀ ਹੱਥ ਰੱਖਿਓ। ਸੰਗਤ ਜੀ, ਗੁਰੂ ਮਹਾਰਾਜ ਨੇ ਮੇਰੇ ਬਹੁਤ ਕੰਮ ਮਤਲਬ ਕਿ ਸਵਾਰੇ ਹੈ। ਸਭ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਵੀ ਪਾ ਚੁੱਕੀ ਹਾਂ, ਅੱਜ ਤੋਂ 1.5 ਸਾਲ ਪਹਿਲਾਂ ਸਤਸੰਗ ਆਪਣਾ, ਕਿ ਮੇਰੀ ਲੱਤ ਦਾ ਮਤਲਬ ਕਿ ਫ੍ਰੈਕਚਰ ਹੋਇਆ ਸੀ, ਮੈਂ ਡਿੱਗ ਪਈ ਸੀਗੀ ਤੇ ਬਿਜਲੀ ਵਾਲੀਆਂ ਪੌੜੀਆਂ ਤੋਂ। ਤਾਂ ਉੱਥੋਂ ਵੀ ਗੁਰੂ ਮਹਾਰਾਜ ਜੀ ਇੱਕ ਲੜਕੇ ਦੇ ਰੂਪ ਵਿੱਚ ਆ ਕੇ ਮੈਨੂੰ ਖੜੇ ਕੀਤਾ, ਤਾਂ ਮੈਂ ਠੀਕ ਸੀ, ਮੇਰੇ ਕੋਈ ਸੱਟ ਪੇਟ ਨਹੀਂ ਸੀ ਲੱਗੀ। ਫਿਰ ਮੇਰੀ 3 ਸਾਲ ਬਾਅਦ ਲੱਤ 'ਚ ਸਪੇਸ ਆ ਗਈ ਸੀ। ਸਪੇਸ ਆਉਣ ਕਾਰਨ ਮੈਂ ਚੱਲ ਨਹੀਂ ਸੀ ਸਕਦੀ, ਡਾਕਟਰ ਨੇ ਮੈਨੂੰ ਆਪਰੇਸ਼ਨ ਦੱਸਿਆ ਸੀ ਗੋਡੇ ਦਾ। ਗੁਰੂ ਮਹਾਰਾਜ ਨੇ ਇੰਨੀ ਮਿਹਰ ਕੀਤੀ ਮੇਰੇ ਤੇ, ਮਾਲਕ ਕੋਲੇ ਬੇਨਤੀ ਕੀਤੀ ਕਿ ਮੈਂ ਡਾਕਟਰ ਦੇ ਨਹੀਂ ਜਾਣਾ, ਤੁਸੀਂ ਮੇਰੇ ਡਾਕਟਰ ਹੈ, ਤੁਸੀਂ ਮਿਹਰ ਕਰਨੀ ਹੈ, ਮੈਂ ਕਿਤੇ ਨਹੀਂ ਜਾਣਾ। ਮੇਰੇ ਗੁਰੂ ਮਹਾਰਾਜ ਨੇ ਇੰਨੀ ਮਿਹਰ ਕੀਤੀ, ਮੈਨੂੰ ਕਿਸੇ ਡਾਕਟਰ ਦੇ ਜਾਣ ਦੀ ਲੋੜ ਨਹੀਂ ਪਈ, ਜਦ ਕਿ ਡਾਕਟਰ ਕਹਿੰਦੇ ਸੀ ਮਹੀਨੇ ਦੇ ਵਿੱਚ ਵਿੱਚ ਤੁਸੀਂ ਆਪਰੇਸ਼ਨ ਨਾ ਕਰਵਾਇਆ ਤੇ ਚੱਲ ਨਹੀਂ ਸਕਣਗੇ। ਹੇ ਮੇਰੇ ਮਾਲਕਾ, ਜਿਸ ਤਰ੍ਹਾਂ ਮੇਰੇ ਤੇ ਮਿਹਰ ਕੀਤੀ, ਸਾਰੀਆਂ ਸੰਗਤਾਂ ਤੇ ਕਰਿਓ ਮੇਰੇ ਗੁਰੂ ਮਹਾਰਾਜ ਜੀ। ਉਸ ਤੋਂ ਬਾਅਦ ਮੇਰੇ ਅੰਕਲ ਜੀ ਨੂੰ ਸ਼ੂਗਰ ਦਾ ਅਟੈਕ ਆਇਆ ਸੀ, ਉਹਨਾਂ ਦੀ ਅੱਖ ਤੇ ਮਤਲਬ ਇਫੈਕਟ ਪੈ ਗਿਆ ਸੀ, ਨਜ਼ਰ ਇੱਕ ਸਾਈਡ ਦੀ ਬੰਦ ਹੋ ਗਈ ਸੀ, ਡਬਲ ਦਿਸਣ ਲੱਗ ਗਿਆ ਸੀਗਾ। 2 ਮਹੀਨਿਆਂ ਬਾਅਦ ਮੇਰੇ ਗੁਰੂ ਮਹਾਰਾਜ ਨੇ ਮੇਰੇ ਅੰਕਲ ਤੇ ਮਿਹਰ ਕੀਤੀ, ਉਹਨਾਂ ਦੀ ਨਜ਼ਰ ਬਿਲਕੁਲ ਠੀਕ ਹੋ ਗਈ, ਆਪਣੇ ਆਪ ਹੀ ਰੋਸ਼ਨੀ ਆਈ, ਸਭ ਕੁਝ ਠੀਕ ਦਿਸਣ ਲੱਗ ਗਿਆ। ਹੇ ਮੇਰੇ ਮਾਲਕਾ, ਜਿਸ ਤਰ੍ਹਾਂ ਸਾਡੇ ਤੇ ਮਿਹਰਾਂ ਕੀਤੀਆਂ, ਸਾਰੀਆਂ ਸੰਗਤਾਂ ਤੇ ਕਰਿਓ। ਮੈਂ ਬਾਰ-ਬਾਰ ਇਹੀ ਦੱਸ ਰਹੀ ਹਾਂ, ਜਿੰਨੀਆਂ ਮੇਰੇ ਤੇ ਮਿਹਰਾਂ ਹੋਈਆਂ, ਹੇ ਮੇਰੇ ਮਾਲਕਾ, ਸਾਰੀਆਂ ਸੰਗਤਾਂ ਤੇ ਕਰਿਓ। ਹਰ ਇੱਕ ਸੰਗਤ ਦੇ ਅੰਦਰ ਵਾਸ ਕਰ ਜਿਓ, ਪਲ ਪਲ ਤੇ ਤੁਹਾਡਾ ਨਾਮ ਜਾਪ ਕਰਦੇ ਰਹਿਣ, ਤਾਂ ਕਿ ਪਤਾ ਲੱਗੇ ਗੁਰੂ ਮਹਾਰਾਜ ਸ਼ਕਤੀ ਵਾਲੇ ਹੈ, ਸ਼ਿਵ ਭਗਵਾਨ ਹੈ। ਇੱਕ ਪਲ ਵੀ ਇਹਨਾਂ ਨੂੰ ਐ ਨਾ ਸਮਝੋ ਕਿ ਵੀ ਇਹ ਮਹਾਰਾਜ ਪਤਾ ਨਹੀਂ ਸਾਡੇ ਗੱਲਾਂ ਨਹੀਂ ਸੁਣਦੇ। ਜਿਵੇਂ ਜਿਵੇਂ ਸਾਡੇ ਕਰਮ ਹੈ, ਮਾੜੇ ਚੰਗੇ ਜੋ ਕਰਕੇ ਆਏ ਆ, ਕਟਵਾਉਂਦੇ ਆ। ਪਹਿਲਾਂ ਨਿੰਬੂ ਦੀ ਤਰ੍ਹਾਂ ਸੱਚ ਹੀ ਹੈ, ਨਿਚੋੜਦੇ ਆ, ਉਸ ਤੋਂ ਬਾਅਦ ਜਦੋਂ ਦੇਖਦੇ ਆ ਇਹ ਬੰਦਾ ਬਿਲਕੁਲ ਹੀ ਠੀਕ ਹੈ, ਸਿੱਧਾ ਹੋ ਗਿਆ, ਫਿਰ ਆਪਣੇ ਚਰਨਾਂ ਦੇ ਨਾਲ ਲਾਉਂਦੇ ਆ। ਤੇ ਪਰ ਡੋਲਣਾ ਨਹੀਂ, ਛੱਡਣਾ ਨਹੀਂ ਇੱਕ ਪਲ ਵੀ ਗੁਰੂ ਮਹਾਰਾਜ ਨੂੰ। ਸੰਗਤ ਜੀ, ਹੁਣ ਸਾਡਾ ਤੀਸਰਾ ਕੰਮ ਵੀ ਗੁਰੂ ਮਹਾਰਾਜ ਨੇ ਕਰਤਾ ਕਿ ਕੋਰਟ ਕਚਹਿਰੀਆਂ ਦੇ ਵਿੱਚ ਰੁਲਣਾ ਬਹੁਤ ਔਖਾ ਹੈ। ਤੁਸੀਂ ਵੀ ਸਿਆਣੇ ਆ, ਸਭ ਜਾਣਦੇ ਆ ਕਿ ਪਰੇਸ਼ਾਨੀ ਵੱਖਰੀ, ਪੈਸੇ ਵੱਖਰੇ ਤੇ ਟੈਨਸ਼ਨਾਂ ਵੱਖਰੀਆਂ ਰਹਿੰਦੀਆਂ ਦਿਮਾਗਾਂ ਤੇ। ਮੇਰੇ ਮਾਲਕ ਨੇ 1 ਮਿੰਟ 'ਚ ਇਹ ਵੀ ਕੇਸ ਖਤਮ ਕਰ ਦਿੱਤਾ। ਸਾਰੀਆਂ ਸੰਗਤਾਂ ਨੂੰ, ਜਿਨ੍ਹਾਂ ਨੂੰ ਮੈਂ ਉਸ ਦਿਨ ਕਿਹਾ ਸੀ ਸਾਡੀ ਪ੍ਰੇ ਕਰਿਓ, ਸਾਰਿਆਂ ਨੂੰ ਮੈਂ ਕਹਿੰਦੀ ਹਾਂ, ਇਹ ਮੇਰੇ ਗੁਰੂ ਮਹਾਰਾਜ ਜੀ ਮਿਹਰ ਦਾ ਹੱਥ ਰੱਖਿਓ, ਖੁਸ਼ੀਆਂ ਦਿਓ, ਉਹਨਾਂ ਦਾ ਸਿਰ ਜੋੜੀ ਰੱਖਿਓ ਭਗਤਾਂ ਦਾ। ਇੱਕ ਪਲ ਵੀ ਤੁਹਾਡੇ ਚਰਨਾਂ ਤੋਂ ਅਸੀਂ ਦੂਰ ਨਹੀਂ ਹੋਵਾਂਗੇ ਮੇਰੇ ਮਾਲਕਾ। ਸੰਗਤ ਜੀ, ਬੁੱਧਵਾਰ ਗੁਰਪੁਰਬ ਵਾਲੇ ਦਿਨ ਸਾਡੇ ਮੋਗੇ ਦੇ ਵਿੱਚ ਫੇਰ ਸਤਸੰਗ ਹੈ। ਕਿਸੇ ਸੰਗਤ ਦੇ ਘਰੇ ਸਾਨੂੰ ਮੈਸੇਜ ਆਇਆ ਸੀਗਾ ਕਿ ਵੀ ਤੁਸੀਂ ਸਾਡੇ ਸਤਸੰਗ ਤੇ ਪਹੁੰਚਿਓ। ਗੁਰੂ ਮਹਾਰਾਜ ਨੇ ਮਿਹਰ ਕੀਤੀ, ਬੁੱਧਵਾਰ ਫੇਰ ਅਸੀਂ ਜਾ ਰਹੇ ਹਾਂ ਉਹਨਾਂ ਦੇ ਸਤਸੰਗ ਤੇ। ਜੋ ਕੁਛ ਵੀ ਗੁਰੂ ਮਹਾਰਾਜ ਨੇ ਮਿਹਰ ਕੀਤੀ, ਮੈਂ ਆਉਣ ਵਾਲੇ ਸਤਸੰਗ 'ਚ ਫੇਰ ਦੱਸੂਗੀ। ਸੰਗਤ ਜੀ, ਮੈਨੂੰ ਤਾਂ ਇੰਨਾ ਪਿਆਰ ਹੋ ਗਿਆ ਸੰਗਤਾਂ ਨਾਲ ਵੀ, ਰੂਹਾਨੀ ਆਂਟੀ ਦੇ ਚੈਨਲ ਨਾਲ ਵੀ, ਤਾਂ ਕਿ ਜਦੋਂ ਅਸੀਂ ਸਤਸੰਗ ਪਾਉਂਦੇ ਹਾਂ, ਰੂਹਾਨੀ ਆਂਟੀ ਜੀ ਸਾਡਾ ਉਸੇ ਵੇਲੇ ਹੀ ਪਾ ਦਿੰਦੇ ਆ, ਅਸੀਂ ਸੁਣਦੇ ਹਾਂ। ਵੀਰਵਾਰ ਦੇ ਸਤਸੰਗ ਦਾ ਵੀ ਸਾਨੂੰ ਪਤਾ ਲੱਗਿਆ ਕਿ ਆਸੇ ਪਾਸੇ ਕੋਈ ਮਤਲਬ ਕਿ ਜੋ ਵੀ ਕੁਛ ਲੋਕੀ ਕਰ ਰਹੇ ਆ ਬੁਰਾ, ਚਲੋ ਉਹਨਾਂ ਦੀ ਆਪਣੀ ਇੱਛਾ ਵਾ। ਮੈਂ ਤਾਂ ਆਪਣੇ ਮਾਲਕ ਦੇ ਚਰਨਾਂ 'ਚ ਜੋ ਦੁੱਖ ਤਕਲੀਫ ਸੀ ਰੱਖ ਦਿੱਤੀ। ਮੇਰੇ ਗੁਰੂ ਮਹਾਰਾਜ ਨੇ ਇੱਕ ਪਲ 'ਚ ਸਭ ਕੁਝ ਠੀਕ ਕਰ ਦੇਣਾ, ਸਾਨੂੰ ਪੂਰਾ ਵਿਸ਼ਵਾਸ ਹੈ। ਸੰਗਤ ਜੀ, ਸਤਸੰਗ ਦੇ ਵਿੱਚ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਸੀ ਕਿ ਪੇਟ ਦੇ ਵਿੱਚ ਕੋਈ ਬਿਮਾਰੀ ਪਲ ਰਹੀ ਹੈ, ਤੇ ਮੈਂ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਹੀ ਬੇਨਤੀ ਕਰ ਰਹੀ ਹਾਂ ਕਿ ਮੇਰੇ ਮਾਲਕਾ, ਮੈਂ ਜਿਸ ਦਿਨ ਦੀ ਆਪਣੇ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜੀ ਸੀ, ਆਪਣੇ ਮਾਲਕ ਦੇ ਚਰਨਾਂ ਦੇ ਵਿੱਚ ਮੈਂ ਇਹੀ ਬੇਨਤੀ ਕੀਤੀ ਸੀ ਕਿ ਹੇ ਗੁਰੂ ਮਹਾਰਾਜ ਜੀ, ਮੈਨੂੰ ਪਾਠ ਪੂਜਾ ਮੇਰੀ ਵਧਾ ਦਿਓ, ਸਤਸੰਗ ਮੇਰੇ ਵਧਾ ਦਿਓ।
ਇੱਕ ਪਲ ਵੀ ਮੈਂ ਦੂਰ ਨਾ ਹੋਵਾਂ। ਪਰ ਮੈਂ ਡਾਕਟਰਾਂ ਦੇ ਨਹੀਂ ਜਾਣਾ, ਮੇਰੇ ਡਾਕਟਰ ਤਾਂ ਤੁਸੀਂ ਹੀ ਹੋ। ਸੰਗਤ ਜੀ ਇਸ ਟਾਈਮ ਮੇਰੀ 60 ਸਾਲ ਦੀ ਏਜ ਹੋਈ ਹੈ ਤੇ ਪਰ ਮੇਰੇ ਗੁਰੂ ਮਹਾਰਾਜ ਨੇ ਬਹੁਤ ਮਿਹਰ ਕੀਤੀ ਹੈ। ਜਿਵੇਂ ਆਮ ਲੋਕ ਬਿਮਾਰ ਹੁੰਦੇ ਆ, ਹਸਪਤਾਲਾਂ 'ਚ ਦਾਖਲ ਹੁੰਦੇ ਆ, ਪਤਾ ਨਹੀਂ ਤਾਂ ਮੈਂ ਬਚਪਨ ਤੋਂ ਹੀ ਪਾਠ ਪੂਜਾ ਕਰਦੀ ਸੀ, ਸ਼ਿਵ ਭਗਵਾਨ ਨੂੰ ਮੰਨਦੀ ਸੀ, ਤਾਂ ਮੇਰੇ ਮਾਲਕ ਨੇ ਮਿਹਰ ਦਾ ਹੱਥ ਰੱਖਿਆ ਹੋਇਆ ਵਾ। ਸਾਡੇ ਸੰਕਟ ਕੱਟੇ ਹੋਏ ਆ, ਕੱਟਦੇ ਆ ਔਰ ਕੱਟਣਗੇ ਵੀ। ਜੇ ਅਸੀਂ ਭੁੱਲਣਹਾਰ ਆ, ਸਾਨੂੰ ਗਲਤੀਆਂ ਦੀਆਂ ਜੋ ਗਲਤੀਆਂ ਕਰਦੇ ਆ ਉਹਨੂੰ ਵੀ ਸਾਨੂੰ ਸਮਝਾਉਂਦੇ ਆ, ਸਾਡੀਆਂ ਸਜ਼ਾਵਾਂ ਵੀ ਕੱਟਦੇ ਆ, ਸਾਡਾ ਮਿਹਰ ਦਾ ਹੱਥ ਰੱਖਦੇ ਆ ਮੇਰੇ ਗੁਰੂ ਮਹਾਰਾਜ ਜੀ ਸਾਡੇ ਤੇ। ਸੰਗਤ ਜੀ ਜਿਨ੍ਹਾਂ ਨੂੰ ਨਹੀਂ ਵੀ ਵਿਸ਼ਵਾਸ, ਉਹਨਾਂ ਨੂੰ ਹੁਣ ਸਾਰਿਆਂ ਨੂੰ ਵਿਸ਼ਵਾਸ ਹੋਣ ਲੱਗ ਜੂਗਾ। ਮੈਂ ਆਪਣੇ ਤਿੰਨੇ ਹੀ ਜੋ ਗੱਲਾਂ ਕਹੀਆਂ ਗੁਰੂ ਚਰਨਾਂ ਦੇ ਵਿੱਚ ਬਿਲਕੁਲ ਸਹੀ ਕਹੀਆਂ ਔਰ ਸੱਚ ਕਹੀਆਂ। ਮਾਲਕ ਨੇ ਸਾਨੂੰ ਸੁਪਨੇ ਦੇ ਵਿੱਚ ਵੀ ਦਰਸ਼ਨ ਦੇ ਕੇ ਇੱਕ ਇੱਕ ਗੱਲ ਦੱਸ ਕੇ ਗਏ ਆ, ਜਦ ਕਿ ਪਹਿਲਾਂ ਮੈਂ ਸੋਚਦੀ ਸੀ ਇਹ ਮੇਰਾ ਗਿਆਨ ਨਹੀਂ ਹੈ, ਸ਼ਾਇਦ ਕਿਸੇ ਹੋਰ ਦਾ ਗਿਆਨ ਹੈ। ਨਹੀਂ, ਗੁਰੂ ਮਹਾਰਾਜ ਜੀ ਜਦੋਂ ਜਿਸ ਰੂਪ ਚ ਆ ਕੇ ਦੱਸ ਕੇ ਜਾਂਦੇ ਹੋ ਬਿਲਕੁਲ ਸਹੀ ਹੈ, ਸੱਚ ਮੰਨੋ। ਕਿਸੇ ਦਾ ਗਿਆਨ ਨਹੀਂ ਹੁੰਦਾ, ਗੁਰੂ ਮਹਾਰਾਜ ਜੀ ਆਪਾਂ ਨੂੰ ਹੀ ਕਿਸੇ ਰੂਪ ਚ ਆ ਕੇ ਦੱਸ ਕੇ ਜਾਂਦੇ ਆ। ਆਪਣੀ ਮਤਲਬ ਕਿ ਸੋਚ ਸਮਝਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਗੁਰੂ ਮਹਾਰਾਜ ਜੀ ਹਰ ਇੱਕ ਨੂੰ ਸਮਝਾਉਂਦੇ ਆ। हे ਮੇਰੇ ਮਾਲਕਾ, ਜਿਸ ਤਰ੍ਹਾਂ ਸਾਡੇ ਪਰਿਵਾਰ ਤੇ ਹੱਥ ਰੱਖਿਆ, ਸਾਰੀਆਂ ਸੰਗਤਾਂ ਤੇ ਰੱਖਿਓ। ਕਿਸੇ ਦੇ ਘਰੇ ਦੁੱਖ ਦਲਿੱਦਰ ਨਾ ਆਵੇ, ਸਭ ਦੀਆਂ ਮਨੋਕਾਮਨਾ ਪੂਰਨ ਕਰਿਓ। ਸੰਗਤਾਂ ਨੂੰ ਆਪਣੇ ਚਰਨਾਂ ਦੇ ਵਿੱਚ ਰੱਖਿਓ। ਸਾਡਾ ਵੀ ਇੱਕ ਇੱਕ ਪਲ ਆਪਣੇ ਚਰਨਾਂ ਤੋਂ ਇੱਕ ਪਲ ਵੀ ਦੂਰ ਨਾ ਕਰਵਾਈਓ। ਬਸ ਸਾਡੇ ਪਰਿਵਾਰ ਨੂੰ ਸਾਰੇ ਨੂੰ ਆਪਣੇ ਚਰਨਾਂ ਨਾਲ ਜੋੜ ਰੱਖਿਓ, ਆਪਣੀ ਮਿਹਰ ਦਾ ਹੱਥ ਰੱਖਿਓ। ਮੈਂ ਆਪਣਾ ਸਤਸੰਗ ਜਿੰਨਾ ਸੀ ਉਹ ਦੱਸ ਚੁੱਕੀ ਹਾਂ। ਅੱਜ ਸੋਮਵਾਰ ਦਾ ਦਿਨ ਹੈ, ਮੈਂ ਲੇਟ ਨਹੀਂ ਹੋਣਾ ਚਾਹੁੰਦੀ ਸੀ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਤੋਂ, ਕਿ ਮੇਰੇ ਮਾਲਕ ਨੇ ਇੰਨਾ ਕੁਛ ਸਹੀ ਕੀਤਾ ਵਾ, ਸਭ ਕੁਛ ਟਾਈਮ ਨਾਲ ਹੀ ਮੇਰਾ ਸਫਲ ਕਰ ਦਿੱਤਾ। ਤਾਂ ਮੈਂ ਆਪਣੇ ਗੁਰੂ ਮਹਾਰਾਜ ਦੇ ਲਈ ਇਹ ਟਾਈਮ ਕੱਢਣਾ ਹੀ ਪੈਣਾ ਹੈ, ਕੱਢੂੰਗੀ ਵੀ। ਜੋ ਮੇਰੇ ਮਾਲਕ ਮੇਰਾ ਪੂਰਾ ਕਰਦੇ ਆ, ਜੋ ਵੀ ਮੇਰੇ ਦੁੱਖ ਦਲਿੱਦਰ ਆਉਂਦੀ ਹੈ, ਮੈਂ ਸਭ ਆਪਣੀਆਂ ਸੰਗਤਾਂ ਨੂੰ ਦੱਸਦੀ ਹਾਂ। ਸੰਗਤ ਇੱਕ ਮੇਰਾ ਪਰਿਵਾਰ ਹੀ ਹੈ, ਮੇਰੇ ਭੈਣ ਭਰਾ ਹੀ ਹੈ ਸਾਰੇ। ਤੇ ਰੂਹਾਨੀ ਆਂਟੀ ਦਾ ਚੈਨਲ ਤਾਂ ਮਤਲਬ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ, 1.5 ਸਾਲ ਤੋਂ ਉੱਪਰ ਅਸੀਂ ਲੱਗੀ ਹੋਈ ਹੈ। ਤਾਂ ਅਸੀਂ ਇਸੇ ਚੈਨਲ ਤੇ ਆਪਣਾ ਸਤਸੰਗ ਪਾਉਂਦੇ ਹਾਂ। ਸਾਨੂੰ ਉਸੇ ਵੇਲੇ ਹੀ ਰੂਹਾਨੀ ਆਂਟੀ ਜੀ ਨਾਲ ਹੀ ਸਾਡਾ ਸਤਸੰਗ ਦੇ ਦਿੰਦੇ ਆ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੇਰੇ ਮਾਲਕਾ, ਰੂਹਾਨੀ ਆਂਟੀ ਤੇ ਆਪਣੀ ਛਤਰ ਛਾਇਆ ਬਣਾਈ ਰੱਖਿਓ। ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਦੁੱਖ ਨਾ ਆਈਓ। ਉਹਨਾਂ ਨੂੰ ਆਪਣੀ ਖੁਸ਼ੀਆਂ ਦਾ ਮਾਹੌਲ ਬਣਾਈ ਰੱਖਿਓ। ਬਾਕੀ ਮੈਂ ਹੁਣ ਆਪਣਾ ਸਤਸੰਗ ਥੋੜੀ ਦੇਰ ਲਈ ਸਮਾਪਤ ਕਰਦੀ ਹਾਂ। ਅਗਲੀ ਵਾਰੀ ਫੇਰ ਆਉਂਗੀ, ਜੋ ਗੁਰੂ ਮਹਾਰਾਜ ਜੀ ਹੁਕਮ ਕਰਨਗੇ ਮੈਂ ਲੈ ਕੇ ਆਉਂਗੀ। ਸਾਰੀ ਸੰਗਤ ਨੂੰ ਮੇਰਾ ਜੈ ਗੁਰੂ ਜੀ, ਰੂਹਾਨੀ ਆਂਟੀ ਨੂੰ ਮੇਰਾ ਜੈ ਗੁਰੂ ਜੀ। मैं अपना मंत्र जप करती हूँ। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय गुरु जी, जय गुरु जी। जय गुरु जी। संगत जी, अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है। तो आइए हम इसको उन्हीं की आवाज में सुनते हैं। जय गुरु जी, शुक्राना। जय गुरु जी, शुक्राना गुरु जी, अनंतम अनंतम शुक्राना गुरुपा। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, मेरे गुरुपा सदा सहाय। जय गुरु जी, शुक्राना गुरु जी, अनंतम अनंतम शुक्राना गुरुपा। जय गुरु जी। संगत जी, मैं अपना सोमवार का संध्या वेले का शुक्राना सत्संग शेयर कर रही हूँ। संगत जी, हम सब जानते हैं कि सोमवार के शुक्राने की महिमा क्या है, उसका बखान हम शब्दों में नहीं कर सकते, क्योंकि हमारे गुरु महाराज हमसे कहते हैं कि बेटा, सोमवार वाले दिन किया गया शुक्राना हज़ारों लाखों शुक्रानों के बराबर एक शुक्राना होता है। गुरुपा, आपसे हमारा हर दिन है, आप हमारे महाशिव हैं। हमारे लिए हर दिन सोमवार है, हर दिन बहुत खूबसूरत है, हर दिन अलग अलग देवी देवताओं का प्रतीक है। तो हम उन सब के लिए आपका बहुत शुक्राना करते हैं कि आप अपनी अलग अलग फॉर्म्स में हमें इतना ब्लेस करते हैं। कभी हनुमान बाबा के स्वरूप में, कभी राम जी के स्वरूप में, कभी कान्हा जी के स्वरूप में, कभी माता रानी के स्वरूप में। हमारे महाशिव आप ही सब हैं और सब आप ही हैं। हर दिन हमारा आपसे ही है, तो हमारे लिए तो हर दिन का, हर पल का शुक्राना स्पेशल है मेरे महादेव। तो संगत जी, मैं जो है सोमवार के फ़ास्ट रख रही हूँ और मुझे बहुत अच्छा लगता है संगत जी सोमवार के व्रत करके, और मैं 100वें सोमवार के व्रत कर रही हूँ।
हाँ, तो संगत जी आई एम सॉरी, मतलब शायद से इन्हें सोमवार नहीं कहते, बट हाँ, मैं सोमवार के व्रत ही कर रही हूँ। और जो है मैंने ये लाइफ टाइम तक रखने के लिए जो है सोचा है, महादेव की जो मर्ज़ी होगी वैसे होगा संगत जी। और बस कुछ दिन के लिए मैंने सोचा है कि मैं जैसे कभी ज़्यादा ही बीमार हूँ या कभी कोई ऐसे इमरजेंसी है या कुछ है, तो महादेव की कृपा से, वैसे तो मेरे महादेव मेरे साथ हैं, तो मुझे पता है कि वो कोई ऐसी इमरजेंसी आने नहीं देंगे, वो अपनी बेटी को इतना स्ट्रेंथ देंगे। लेकिन उनकी बेटी ने यही सोच के जो है रख रही है व्रत कि बस अब जो है लाइफ टाइम के लिए एक सोमवार का व्रत तो रखना ही है। बाकी संगत जी बिल्कुल फर्म होके मैं मतलब कुछ भी नहीं बोलना चाहूँगी, क्योंकि ये सब मेरे महाशिव की मर्ज़ी है। वो कराना चाहेंगे तो ज़रूर होगा, और उनकी रज़ा नहीं होगी तो फिर जैसा भी होगा। लेकिन हाँ, अपने मन से तो यही सोचा है संगत जी। हाँ, तो इसी के साथ हर हर महादेव। तो संगत जी, जैसा कि मैंने बताया आज मेरा फास्ट था, तो मुझे थोड़ा सा मतलब कोल्ड भी हो रहा है, तो मैं क्षमा चाहूँगी मेरी आवाज़ के लिए। और जो है गुरुपा इसमें भी बहुत नेगेटिविटीज़ मेरी काट रहे हैं। मेरी सैटरडे की रात को तबीयत बहुत मतलब ख़राब हुई, मुझे उस रात सो नहीं पा रही थी मैं। बहुत तेज़ सर में दर्द था और गले में दिक्कत हो रही थी, खांसी ज़ुकाम ये सब। तो गुरुपा के मैसेजेस भी आ रहे थे कि बेटा तेरी जो भी नेगेटिविटी है वो मैं जड़ से ख़त्म कर रहा हूँ, तो बस आज की रात और जो है तू थोड़ा सा सह ले, और बस आज की रात जो है तेरे सारे कष्ट ख़त्म हो जाएंगे। और संगत जी सच में गुरु महाराज ने शनिवार की रात को अपनी बेटी के सारे कष्ट ख़त्म कर दिए। गुरुपा ने मुझे बहुत 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 प्यारे मैसेजेस दिए थे संगत जी कि ये नए महीने के साथ जो है तेरी नई लाइफ की शुरुआत हो रही है, और पीछे की जो सारी नेगेटिविटीज़ थी वो मैंने भस्म कर दी हैं 31 अक्टूबर को। सारी तेरी जो नेगेटिविटीज़ थी, जो भी ब्लैक मैजिक था, जो भी नज़रें थी, तेरी अपने अंदर की जो नेगेटिविटीज़ थी, नेगेटिव आदतें थी, वो सब मैं भस्म कर रहा हूँ। और तेरी लाइफ का एक नई जर्नी शुरू हो रही है, एक नया अध्याय शुरू हो रहा है, तेरी लाइफ अब शुरू हो रही है। तो उसके लिए आपका बहुत शुक्राना गुरुपा। और सच में संगत जी मैं आपको बताना चाहूँगी कि बिल्कुल ऐसा ही हुआ है मेरे साथ। गुरुपा ने जो इतने प्यारे प्यारे मैसेजेस मुझे दिए और टेलीपैथी से मुझे बताया और मुझे अपनी प्रेजेंस दिखाई, उसके लिए आपका अनंतम 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 शुक्राना गुरुपा। संगत जी सच में 1 नवंबर को कुछ बहुत ही मैजिकल हुआ मेरे साथ कि मैं सो के उठी और मेरी जो भी पुरानी आदतें थी संगत जी, जैसे कि एक मुझे आदत थी रोज़ कल करने की, कल पे चीज़ें टालने की, आलस्य में रहने की, और जो है संगत जी परफेक्शनिज्म की कि हर चीज़ या तो परफेक्टली होगी, बिल्कुल अच्छे से होगी, या बिल्कुल नहीं होगी। तो संगत जी ये आदत मतलब सुनने में हो सकता है संगत जी कि बहुत लोगों को ये बहुत छोटी बात लग रही हो कि, लेकिन संगत जी मेरी पूरी लाइफ इम्पैक्ट हुई है इससे, इस कल के चक्कर में कि मैं कल से करूँगी और करूँगी तो बहुत ही परफेक्ट, बहुत ही अच्छे तरीके से करूँगी, वरना कोई काम नहीं करूँगी। संगत जी इस चक्कर में मैंने अपनी लाइफ के 7, 8, 10 साल जो है मैंने इसमें निकाले हैं। और संगत जी सच में मतलब मैं बोल रही हूँ कि ये सुनने में शायद इतना बड़ा ना लग रहा हो, बट मुझे पता है पर्सनली कि मेरी आदत कितनी ख़राब थी कि मैंने अपनी लाइफ में कितनी चीज़ें जो मैं कर सकती थी वो मैंने नहीं करी, सिर्फ परफेक्शनिज़म के चक्कर में। और संगत जी सच में ये बहुत बड़ी बीमारी है परफेक्शनिज़म की। और हो सकता है आज ये मैसेज मेरे थ्रू किसी संगत को गुरुपा सुनवाना चाहते हो, तो संगत जी मैं यही बोलूँगी कि परफेक्ट कुछ नहीं होता, कोई काम परफेक्ट नहीं होता, लाइफ परफेक्ट नहीं होती। और बस आप जो भी करें उसे पूरे दिल से करें, जितना आप कर सकते हैं उतना करें। जो आपसे नहीं हो रहा है आप खुद पे स्ट्रिक्ट भी मत रहिए कि नहीं ये करना है तो बहुत ही अच्छे से करना, वरना नहीं करना। नहीं, आप सारे काम करिए, आप पढ़ाई करिए, आप जॉब करिए, आप बिज़नेस करिए, जो आप करते हैं वो करिए और अपने पूरे दिल से करिए, और बिना ये सोचे करिए कि इसका आउटकम क्या होगा, मुझे क्या मिलेगा इसमें, और मुझे ये काम जो है बस सीधे ऊंचाई पे पहुंचना है, क्योंकि लैडर्स होती हैं संगत जी। और ये सब बातें मुझे मतलब पता थी, सब पता था, लेकिन कुछ समझ नहीं आ रहा था, या नेगेटिविटी हावी थी संगत जी, जो भी रीज़न था। लेकिन गुरु महाराज ने 1 नवंबर होते ही मेरी ये बहुत ख़राब आदत गुरु महाराज ने ख़त्म कर दी। उस दिन मैं इतना लाइट हेड से उठी संगत जी, इतना हल्का था मेरा दिमाग कि बस मैं उठ के ऐसे था कि ठीक है। पहले मेरे साथ होता था अरे मैं 7 बजे नहीं उठ पाई, तो अब छोड़ो, अब सो जाते हैं और अब पूरा दिन भी ख़राब करते हैं, क्योंकि
मैंने अपना स्केड्यूल बनाया हुआ था कि मैं 7 बजे ही उठूँगी और मैं 8 बजे ही अपने काम करने शुरू करूँगी, ऐसे मतलब स्ट्रिक्ट डेडलाइन। उस दिन संगत जी गुरुपा की बेटी बहुत प्यार से उठी कि ठीक है आराम से अपना उठते हैं, फिर अपना नाश्ता किया और फिर अपने काम करने लगी धीरे धीरे। और संगत जी ऐसे ही मतलब, और मन में गुरुपा की बेटी के ये था कि गुरुपा मैं आपको सब सरेंडर कर रही हूँ, मेरे जो काम है वो मुझे करने हैं, वो मैं करूँगी, मेरे लिए बहुत ज़रूरी है वो सब चीज़ें अपने आत्म विकास के लिए, तो वो सब मैं करूँगी गुरुपा। लेकिन अब मुझे किसी चीज़ का कुछ उससे लगाव नहीं है कि हाँ अगर मैं पढ़ रही हूँ तो मैं पास ही होंगी, अगर मैं कोई भी काम कर रही हूँ तो अच्छा ही उसका परिणाम होना चाहिए। नहीं, उनकी बेटी ने ये सब छोड़ दिया कि बस मैं अपना काम करती जाऊँगी, क्योंकि ये मेरी दिनचर्या है, ये मुझे करना है, हमें अपने आप को बिज़ी रखना ज़रूरी है, और बस बाकी सब मेरे गुरुपा जाने, गुरुपा सब करेंगे, मेरे महादेव सब करेंगे, मुझे सिर्फ अपने कर्म करने। संगत जी ये एक छोटी सी बात, मतलब छोटी बात नहीं है ये, लेकिन जितना इजीली मैं ये बोल पा रही हूँ, इसे करना बहुत मुश्किल था मेरे लिए सालों से। मेरा आलस्य, मेरी नेगेटिविटीज़, मेरी आदतें, ये सब मेरे पे इतना हावी थी कि मुझे आगे नहीं बढ़ने देती थी। मेरा पोटेंशियल सारा वेस्ट हो रहा था संगत जी। लेकिन 25 साल की उम्र में ही सही, लेकिन गुरुपा ने इतनी कम उम्र में मुझे खुद से जोड़ा और मेरी आदतें ख़त्म करी, क्योंकि उनकी बेटी बहुत रोती थी, बहुत परेशान होती थी संगत जी कि गुरुपा पता नहीं क्या हो रहा है, जो भी काम करने जाती हूँ कुछ ना कुछ रुकावट आ जाती है, या मेरा मन हट जाता है उससे, मेरा मन ही नहीं करता, मुझे नेगेटिव फील हो रहा है, मैं क्या करूँ गुरुपा। बट संगत जी गुरुपा की एक टाइमलाइन है, गुरुपा को मेरे जो भी कष्ट कटवाने थे वो उन्होंने इस तरीके से कटवाए, और इतनी यंग उम्र में ही गुरुपा ने मेरे इतने कष्ट कटवाए। और गुरुपा मुझे मैसेजेस देते हैं कि बेटा तेरा टाइम नहीं आएगा, तेरा दौर आएगा और तू बिल्कुल चिंता मत कर, मैं तेरे साथ हूँ। बल्कि संगत जी गुरुपा तो मुझे ये भी कहते हैं कि तू कुछ मत कर, तुझे कुछ करने की ज़रूरत नहीं है, तेरे नसीब में जो लिखा है वो तुझे मिलेगा, चाहे तू कुछ करे या ना करे, तू बस खुद को ठीक रख, खुद की मेंटल हेल्थ को ठीक रख, खुद को मेंटली परेशान मत कर, क्योंकि मेंटली अगर तू गलत स्टेट में चली गई तो संगत जी फिर तो हम स्पिरिचुअलिटी, भक्ति, ये तो मतलब बहुत बड़ी चीज़ें हो गई, लेकिन जब हम मेंटली अच्छी स्टेट में नहीं होते तो हम अपनी छोटी छोटी चीज़ें भी ख़त्म कर देते हैं, इतना नेगेटिव हो जाते हैं, खुद भी परेशान रहते हैं, दूसरों को भी परेशान करते हैं। और मतलब आप समझ ही रहे हैं कि एक इंसान जिसकी मेंटल हेल्थ ठीक नहीं है वो कितना टॉक्सिक हो जाता है सबके लिए। तो संगत जी यही गुरुपा ने जो है मुझे बोला है कि तू कुछ मत कर, तू सिर्फ अपने आप को ठीक रख, अपने आप को एक अच्छा इंसान बना। और संगत में तो संगत जी गुरुपा ने मुझे जोड़ ही लिया है, खुद से जोड़ लिया है, तो मुझे तो पूरा संसार वैसे ही मिल चुका है। लेकिन वही है संगत जी, हम अपना दिमाग इतना चलाते हैं, पर वही है संगत जी कि इसमें भी हमारे कोई कष्ट कटने थे, ये भी हमारे कोई कर्म है, कोई माड़े कर्म है हमारे पिछले जन्म के, इस जन्म के, जो हमें भोगने ही थे, जो गुरुपा ने इतने से में ही कटवा दिए संगत जी। मैं तो बोलूँगी कि 10% भी नहीं बोलूँगी, मैं बोलूँगी गुरुपा ने 0.5% में मेरे सारे कष्ट कटवा दिए। तो बहुत शुक्राना गुरुपा, और सच में आपकी बेटी का दौर ही आएगा गुरुपा, और उन सब में आपका नाम होगा गुरुपा। मेरे को जो भी सक्सेस मिलेंगी, पर्सनल, प्रोफेशनल, फैमिली, जो भी गुरुपा, मैं मतलब सबकी नींव आप ही हो, आपका ही नाम हो, आपके नाम से ही मैं सबको बोलूं कि मेरे गुरु महाराज ने किया, मेरे गुरु महाराज ने किया, मेरे गुरु महाराज ने ये किया मेरे लिए। बस मैं तो यही चाहती हूँ, और मैं बहुत अच्छा जो है इंसान बनने की भी बहुत कोशिश कर रही हूँ गुरुपा। मैं औरों के साथ भी बहुत काइंड रहती हूँ। अब मैं पहले बहुत जजमेंटल थी, बहुत जज करती थी मैं लोगों को, पर अब मैंने सबसे जो है काइंड रहना शुरू किया है, क्योंकि संगत जी अब मैं अपने आप को एज अ पर्सन रिप्रेजेंट नहीं कर रही हूँ, मैं अपने आप को रिप्रेजेंट कर रही हूँ सबके सामने एज गुरुपा की संगत, कि मैं गुरुपा की संगत हूँ। तो संगत जी अगर मैं ही जो है अगर अच्छे काम नहीं करूँगी तो संगत जी मैं अपने पापा का नाम कैसे रोशन करूँगी, मैं अपने गुरुपा का नाम कैसे रोशन करूँगी। जब लोग देखेंगे, आपकी प्रेजेंस ऐसी होनी चाहिए संगत जी, जो भी लोग संगत में हैं स्पेशली मैं उनको ही बोलना चाहूँगी कि आप अपनी प्रेजेंस ऐसी बनाइए कि सामने वाला खुद आपसे आके कि आप पे मतलब वो खुद सोच में पड़ जाए कि इसके ऊपर किसका हाथ है,
ये कैसे इतने अच्छे हैं, मतलब आजकल के कलयुग के ज़माने में, ऐसे ख़राब ज़माने में इतने अच्छे लोग भी होते हैं। संगत जी ऐसा बनाइए खुद को। और मैं ये नहीं बोल रही सक्सेस वाइज कि आप बहुत जो है पैसे कमाएंगे और आप जो है स्टेटस ये वो, नहीं संगत जी, ये सब चीज़ें नहीं। मतलब लोग ये सब चीज़ें याद नहीं रखते। मैं सच्ची में एक बात बताऊँ तो, कि आप अमीर से अमीर अगर इंसान से आप मिलेंगे, लेकिन अगर वो आपके साथ हम्बल हैं, आपके साथ काइंड हैं, आपके साथ पोलाइट हैं, उनके जीवन के मॉरल्स अच्छे हैं, वैल्यूज़ अच्छे हैं, तो संगत जी हम उन्हें याद रखते हैं। हम कभी भी एरोगेंट अमीर लोगों को याद नहीं रखते, चाहे वो कितने ही बड़ी गाड़ियों में घूम रहे हों, कितने ही बड़े बंगले हों, कुछ हों, लेकिन अगर उनका व्यवहार और उनके मॉरल्स, उनके वैल्यूज़ ख़राब हैं, तो ऐसे लोगों को कोई नहीं याद रखता संगत जी। तो इट डज़ंट मैटर कि आप स्टेटस वाइज क्या हैं, क्या बनेंगे, क्या नहीं बनेंगे। मैं बोल रही हूँ कि अगर आप नॉर्मल मिडिल क्लास भी हैं और आपका जो ऑरा है वो इतना स्ट्रॉन्ग है, तो संगत जी सब आपकी तरफ अट्रैक्ट होंगे और आप फिर प्राउडली सबको बोलिए कि ये मेरे गुरु महाराज ने मुझे सिखाया है, इसलिए मैं ऐसी हूँ, मैं गुरुपा की संगत हूँ, इसलिए मैं ऐसी हूँ। और वो बहुत प्राउड मोमेंट होता है संगत जी। जैसे अभी मेरे फ्रेंड्स के साथ भी मेरा ऐसे एक दो बार ऐसा मोमेंट हो चुका है मेरी फ्रेंड के साथ। तो जैसे कुछ बोलती है कि अरे तू इतना कैसे अच्छा समझा देती है सब, अरे तू कैसे इतना काम रहती है, इतना पेशेंट रहती है, कैसे कर रही है तो मैं उसको सीधे यही मैंने कहा, मेरे गुरुजी हैं, गुरुजी सब सिखा रहे हैं, गुरुजी ने मुझे ऐसा बनाया। मतलब मैं बहुत चीज़ें जो है ऐसी बोलती हूँ, मुझे बहुत प्राउड फील होता है कि मैं अपने बाबा का नाम रोशन कर रही हूँ, कि लोग मुझे पहचान रहे हैं। तो यही है संगत जी। संगत जी मेरा शुक्राना सत्संग काफ़ी लंबा हो गया है, तो मैं जो है यहीं विराम करना चाहूँगी। पर मैं सबको यही बोलना चाहूँगी कि आप बहुत अच्छी संगत बनिए गुरुपा की, और बहुत शुक्राना आपका गुरुपा, आपने मेरे इतने कष्ट काटे, मेरी लाइफ की नई जर्नी शुरू कराई। और आज सोमवार का दिन सबके लिए बहुत गुड न्यूज़ लाए, बहुत ब्लेसिंग्स मिले सबको महादेव की। और ये जो 2 महीने हैं 2025 के जो रह गए हैं, ये सबके बहुत मंगलमय जाएं और गुरुपा का आशीर्वाद सब पे बना रहे, सारी संगत पे, जो संगत नहीं भी हैं उन पे, और ज़्यादा से ज़्यादा लोग जो हैं और जुड़ें गुरुपा आप उन्हें जोड़ें अपने से, और बहुत सुंदर संसार बने। तो जय गुरु जी, शुक्राना गुरु जी, विश्व का कल्याण हो। हर हर महादेव। ओम नमः पार्वती पते, हर हर महादेव। जय गुरु जी। बहुत बहुत शुक्राना संगत जी सत्संग को सुनने के लिए। आप सबसे रिक्वेस्ट है, चैनल पे नए हैं तो चैनल को सब्सक्राइब कर लें, और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं। ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी।